ਬਚਿੰਤ ਕੌਰ ਦੀ ਕਹਾਣੀ ਬੇਤੁਕੀਆਂ ਦਾ ਬਾਕੀ ਦਾ ਭਾਗ। ਕਿਉਂ ਧੋਖੇਬਾਜ਼ੀ ਕੀ ਹੋ ਗਈ ਆਪਨੇ ਕੁਛ? ਮਿਸਿਸ ਰੀਟਾ ਜਾਰਜ ਨੇ ਮਿਸਿਸ ਮਹਿਤਾ ਦੇ ਟੌਪਿਕ ਨੂੰ ਹੋਰ ਅੱਗੇ ਤੋਰਦਿਆਂ ਕਿਹਾ। ਨਹੀਂ, ਮੈਂ ਕੋਈ ਧੋਖੇਬਾਜ਼ੀ ਨਹੀਂ ਕੀਤੀ। ਮੈਂ ਤਾਂ ਸਗੋਂ ਉਹਨਾਂ ਦੇ ਸਾਰੇ ਉਲਟੇ ਪੁਲਟੇ ਐਕਸ਼ਨ ਨੂੰ ਬਰਦਾਸ਼ਤ ਕਰ ਹੀ ਲੈਂਦੀ ਹਾਂ। ਪਰ ਰਾਤ ਪਤਾ ਕੀ ਹੋਇਆ? ਉਹਨਾਂ ਨੇ ਸੁੱਤੀ ਪਈ ਪ੍ਰੀਤੀ ਨੂੰ ਚੁੱਕ ਕੇ ਦੂਜੇ ਕਮਰੇ 'ਚ ਲਿਟਾ ਦਿੱਤਾ। ਜਦੋਂ ਡਰਾਇੰਗ ਰੂਮ ਦੀ ਬੱਤੀ ਬੁਝਾਉਣ ਪਿੱਛੋਂ ਬੈਡਰੂਮ ਤੱਕ ਆਏ ਤਾਂ ਪ੍ਰੀਤੀ ਉੱਠ ਕੇ ਮੇਰੇ ਨਾਲ ਆ ਸੁੱਤੀ ਸੀ। ਉਹਨੂੰ ਦੇਖ ਲੱਗੇ ਮੈਨੂੰ ਗਾਲਾਂ ਕੱਢਣ। ਇਹ ਸਭ ਤੇਰੀ ਚਲਾਕੀ ਹੈ, ਕਮੀਨੀ ਔਰਤ। ਬਸ ਫੇਰ ਕੀ ਸੀ, ਗੁੱਸੇ 'ਚ ਆ ਕੇ ਆਪਣੀ ਕਮੀਜ਼ ਫਾੜ ਕੇ ਲੀਰਾਂ ਲੀਰਾਂ ਕਰ ਦਿੱਤੀ। ਤੁਹਾਨੂੰ ਤਾਂ DDA ਫਲੈਟ 'ਚ ਜਾਣ ਦਾ ਘਾਟਾ ਹੀ ਰਿਹਾ ਮਿਸਿਸ ਮਹਿਤਾ। ਜਦੋਂ ਸਾਰਾ ਟੱਬਰ ਇੱਕੋ ਕਮਰੇ 'ਚ ਰਹਿੰਦਾ ਸੀ ਤਾਂ ਘੱਟ ਤੋਂ ਘੱਟ ਐਸੀ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੋਊ। ਮਿਸ ਐਡਵਾਨੀ ਦੀ ਗੱਲ ਸੁਣ ਕੇ ਸਭ ਹੱਸ ਪਈਆਂ। ਇਹ ਗੱਲ ਤਾਂ ਹੈ, DDA ਫਲੈਟ ਵਿੱਚ ਆਉਣ ਤੋਂ ਪਹਿਲਾਂ ਘੱਟ ਤੋਂ ਘੱਟ ਐਸੀ ਪਰੇਸ਼ਾਨੀ ਤਾਂ ਨਹੀਂ ਸੀ। ਸਾਰਾ ਪਰਿਵਾਰ ਜਦੋਂ ਇੱਕੋ ਕਮਰੇ 'ਚ ਹੋਵੇ ਤਾਂ ਬੰਦੇ ਨੂੰ ਕੁਛ ਨਾ ਕੁਛ ਤੇ ਸ਼ਰਮ ਆ ਹੀ ਜਾਂਦੀ ਹੈ। ਪਰ ਉੱਥੇ ਮਜ਼ੇ ਬਹੁਤ ਲੱਗਦੇ ਸੀ। ਉੱਥੇ ਤਾਂ ਆਕੜ ਕੇ ਗੱਲ ਨਹੀਂ ਸੀ ਬਣਦੀ। ਇੱਕੋ ਕਮਰਾ ਸੀ, ਸਭ ਜ਼ਮੀਨ 'ਤੇ ਗੱਦੇ ਵਿਛਾ ਕੇ ਸੌਂਦੇ ਸੀ। ਮਾਤਾ ਜੀ ਨੇ ਇੱਕ ਵਾਰੀ ਬੱਤੀ ਬੁਝਾਈ ਤਾਂ ਜਨਾਬ ਜੀ ਚੂੰ ਨਹੀਂ ਸੀ ਕਰ ਸਕਦੇ। ਇੱਕ ਵਾਰੀ ਹਨੇਰੇ 'ਚ ਮੈਂ ਸੋਫੇ ਦੇ ਹੇਠਾਂ ਜਾ ਸੁੱਤੀ। ਬੜੀ ਮੁਸ਼ਕਲ ਬਣੀ ਵਿਚਾਰਿਆਂ ਲਈ। ਹੁਣ ਬੱਤੀ ਉਹ ਜਗਾ ਨਹੀਂ ਸੀ ਸਕਦੇ। ਹਨੇਰੇ 'ਚ ਕਿਸੇ ਹੋਰ ਦੇ ਬਿਸਤਰੇ ਉੱਤੇ ਵੀ ਹੱਥ ਲੱਗ ਸਕਦਾ ਸੀ। ਸਾਰੀਆਂ ਇੰਨੀ ਜ਼ੋਰ ਨਾਲ ਹੱਸੀਆਂ ਕਿ ਕੈਬਿਨ ਤੋਂ ਬਾਹਰ ਚਾਹ ਪੀ ਰਹੇ ਆਦਮੀ ਇੱਕਦਮ ਕੈਬਿਨ ਦੇ ਅੰਦਰ ਝਾਕਣ ਲੱਗ ਪਏ। ਫਿਰ ਕੀ ਹੋਇਆ? ਨੈਣਾ ਦੀ ਉਤਸੁਕਤਾ ਬਹੁਤ ਤੀਬਰ ਹੁੰਦੀ ਜਾ ਰਹੀ ਸੀ। ਹੋਣਾ ਕੀ ਸੀ? ਬਥੇਰੀ ਕੋਸ਼ਿਸ਼ ਅਗਲੇ ਨੇ ਕੀਤੀ ਪਰ ਹੱਥ ਨਾ ਪਹੁੰਚਿਆ। ਉੱਧਰ ਮੇਰੀ ਬੜੀ ਜ਼ੋਰ ਦੀ ਹੱਸੀ ਨਿਕਲ ਗਈ। ਮੈਂ ਬਥੇਰਾ ਆਪਣੇ ਆਪ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਮੂੰਹ 'ਤੇ ਕਾਫੀ ਚਿਰ ਹੱਥ ਵੀ ਰੱਖਿਆ। ਮੇਰੀ ਨਣਦ ਅਜੇ ਜਾਗ ਹੀ ਰਹੀ ਸੀ। ਉਹਨੇ ਖੰਗੂਰਾ ਮਾਰਿਆ। ਸੱਚੀ ਉਦਣ ਬੜੀ ਬੇਸ਼ਰਮੀ ਹੋਈ। ਸਵੇਰੇ ਜਲਦੀ ਉੱਠ ਕੇ ਬਿਨਾਂ ਕੁਝ ਖਾਧੇ ਪੀਤੇ ਘਰੋਂ ਚਲੇ ਗਏ ਤੇ ਫਿਰ ਕਿੰਨੇ ਦਿਨ ਚੁੱਪ ਦੀ ਦੀਵਾਰ ਸਾਡੇ ਵਿਚਾਲੇ ਬਣੀ ਰਹੀ। ਪਰ ਹੁਣ ਤਾਂ ਸੋਫੇ ਹੇਠਾਂ ਵੀ ਨਹੀਂ ਲੁਕਿਆ ਜਾ ਸਕਦਾ। ਮਿਸਿਸ ਰੀਟਾ ਨੇ ਫਿਰ ਮਜ਼ਾਕ ਕੀਤਾ ਤੇ ਫਿਰ ਸਾਰੀਆਂ ਕਹਿ ਕਹੇ ਮਾਰ ਕੇ ਹੱਸਣ ਲੱਗ ਪਈਆਂ। ਹੁਣ ਤਾਂ ਅਸੀਂ ਸਭ ਜ਼ੋਰ ਨਾਲ ਦੰਦ ਫਾੜ ਰਹੀਆਂ। ਪਰ ਉਸ ਸਮੇਂ ਤਾਂ ਜੀਅ ਕਰਦਾ ਬੰਦਾ ਖੂਹ 'ਚ ਛਾਲ ਮਾਰ ਦੇਵੇ ਕਿਧਰੇ। ਬੇਲਾ ਵੀ ਆਪਣੀ ਬੇਆਰਾਮ ਜ਼ਿੰਦਗੀ ਤੋਂ ਤੰਗ ਆਈ ਪਈ ਸੀ। ਇਹ ਸਭ ਨਹਿਰੂ ਜੀ ਦੀ ਮਿਹਰਬਾਨੀ ਹੈ। ਉਹਨਾਂ ਨੇ ਮਰਦਾਂ ਲਈ ਦੂਜੀ ਸ਼ਾਦੀ ਤੋਂ ਬੰਦਿਸ਼ ਲਗਾ ਦਿੱਤੀ ਸੀ। ਅੱਛਾ ਸੀ, ਪਹਿਲੇ ਮਰਦ 2-2 3-3 ਸ਼ਾਦੀਆਂ ਕਰ ਲੈਂਦੇ ਸੀ। ਕਮ ਅਜ਼ ਕਮ ਇੱਕ ਰਹਿੰਦੀ। ਮਿਸ ਨੈਣਾ ਨੇ ਮਖੌਲ ਕਰਕੇ ਸਭ ਨੂੰ ਫਿਰ ਹੱਸਾ ਦਿੱਤਾ। मेरी समझ में तो यही बात नहीं आती कि इन मर्दों को क्यों है। मिसिस ਰੀਟਾ ਨੂੰ ਆਪਣੇ ਪਤੀ ਰਮੇਸ਼ ਵੱਲੋਂ ਸਭ ਤੋਂ ਵੱਧ ਸ਼ਿਕਾਇਤ ਸੀ। ਤੁਹਾਡੇ ਵਿੱਚੋਂ ਕਿਸੇ ਨੇ ਜੈਨੇਟਿਕਸ ਪੜ੍ਹੀ ਹੈ? ਮਿਸਿਸ ਮਹਿਤਾ ਨੇ ਪ੍ਰਸ਼ਨ ਕੀਤਾ। ਇਹ ਸਭ ਕੁਝ ਪੜ੍ਹਿਆ ਹੁੰਦਾ ਤਾਂ ਇਸੇ ਸਕੇਲ 'ਚ ਬੈਠੇ ਰਹਿੰਦੇ ਹੁਣ ਤੱਕ। ਮਿਸ ਐਡਵਾਨੀ ਨੇ ਦੁਖੀ ਹੋ ਕੇ ਉੱਤਰ ਦਿੱਤਾ। ਅੱਛਾ, ਸਾਇੰਸ ਤਾਂ ਥੋੜ੍ਹੀ ਬਹੁਤ ਸਭ ਨੇ ਪੜ੍ਹੀ ਹੋਊ। ਮਿਸਿਸ ਮਹਿਤਾ ਨੇ ਫਿਰ ਪੁੱਛਿਆ। ਭਾਈ ਮਿਸਿਸ ਮਹਿਤਾ, ਤੁਹਾਡੇ ਤੋਂ ਜ਼ਿਆਦਾ ਇੱਥੇ ਕੋਈ ਵੀ ਨਹੀਂ ਪੜ੍ਹਿਆ ਹੋਇਆ। ਨਾਲੇ ਜੇ ਅਸੀਂ ਸਾਇੰਸ ਲਈ ਹੁੰਦੀ ਤਾਂ ਕਿਸੇ ਅੱਛੇ ਪਾਸੇ ਨਾ ਲੱਗਦੇ। ਇੱਥੇ ਕਲਰਕੀ ਕਰਨੀ ਸੀ। ਹੁਣ ਤੱਕ ਕਿਧਰੇ ਰਿਸਰਚ ਆਫਿਸਰ ਬਣੇ ਹੁੰਦੇ। 10-10 12-12 ਸਾਲ ਹੋ ਗਏ ਇੱਥੇ ਕਲਮ ਘਸਾਉਂਦਿਆਂ ਨੂੰ। ਮੈਂ ਤਾਂ ਇਸ ਦਫ਼ਤਰ ਦੇ ਕੰਮ ਤੋਂ ਵੀ ਬੋਰ ਹੋ ਗਈ ਹਾਂ। ਘਰ ਜਾਓ ਤਾਂ ਉਹੀ ਮੁਸੀਬਤ ਫਿਰ ਸਾਹਮਣੇ। ਪਹਿਲਾਂ ਬੱਚਿਆਂ ਨਾਲ ਸਿਰ ਖਪਾਓ, ਫਿਰ ਥੱਕ ਟੁੱਟ ਕੇ ਪਤੀ ਦੇਵ ਦੀ ਕਿਚ-ਕਿਚ ਸੁਣੋ। ਕੀ ਬਕਵਾਸ ਜ਼ਿੰਦਗੀ ਹੈ। ਬੇਲਾ ਦਫ਼ਤਰ ਤੇ ਘਰ ਦੋਵਾਂ ਪਾਸਿਓਂ ਤੰਗ ਆਈ ਪਈ ਸੀ। ਸਭ ਔਰਤਾਂ ਦਾ ਇਹੀ ਹਾਲ ਹੈ ਬੇਲਾ। ਮੈਂ ਦੱਸੀ ਇਹਨਾਂ ਮਰਦਾਂ ਨੂੰ ਕੀ ਮੁਸੀਬਤ ਹੈ। ਵੈਸੇ ਔਰਤਾਂ 'ਚ ਮਰਦਾਂ ਨਾਲੋਂ ਘੱਟ ਸੈਕਸੁਅਲ ਇੰਸਟਿੰਕਟਸ ਨਹੀਂ ਹੁੰਦੀਆਂ, ਸਗੋਂ ਕਈ ਗੁਣਾ ਜ਼ਿਆਦਾ ਹੁੰਦੀਆਂ। ਪਰ ਉਹਦੀ ਵੇਸਟੇਜ ਹਰ ਮਹੀਨੇ ਹੈ। ਬੱਚੇ ਦੇ ਜਨਮ ਸਮੇਂ ਔਰਤ ਵਿੱਚੋਂ ਬਹੁਤ ਕੁਝ ਘੱਟ ਜਾਂਦਾ ਹੈ। ਟਾਈਮ ਟੂ ਟਾਈਮ ਬੱਚੇ ਨੂੰ ਮਾਂ ਦਾ ਚੁੰਮਣਾ ਚੱਟਣਾ, ਬੱਚੇ ਨੂੰ ਦੁੱਧ ਪਿਲਾਉਣਾ ਆਦਿ ਕਿਰਿਆਵਾਂ ਨਾਲ ਔਰਤ ਦੀ ਇੰਸਟਿੰਕਟਸ ਦੂਜੇ ਪਾਸੇ ਯੂਜ਼ ਹੁੰਦੀ ਰਹਿੰਦੀ ਹੈ, ਜਿਸ ਕਰਕੇ ਔਰਤ ਦੀ ਰਿਸਪੌਂਸ ਘਟਦੀ ਜਾਂਦੀ ਹੈ ਅਤੇ ਮਰਦ ਵਿਚਾਰਾ ਕੀ ਕਰੇ। ਕੁਦਰਤ ਨੇ ਕੁਝ ਗੜਬੜ ਕਰ ਰੱਖੀ ਹੈ। ਮਿਸਿਸ ਮਹਿਤਾ ਨੇ ਫੈਕਟ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਰੇ ਕਿਆ ਹੋਤਾ, ਬੱਚੇ ਮਰਦੋਂ ਕੋ ਪੈਦਾ ਹੋਤੇ। ਮਿਸਿਸ ਰੀਟਾ ਨੇ ਰੱਬ ਨੂੰ ਉਲਾਂਭਾ ਦਿੰਦਿਆਂ ਆਪਣੀ ਤਜਵੀਜ਼ ਪੇਸ਼ ਕੀਤੀ। ਹਾਸੇ ਦੀ ਛਣਕਾਰ ਫਿਰ ਕੈਬਿਨ ਤੋਂ ਬਾਹਰ ਤੱਕ ਫੈਲ ਗਈ। ਕੈਬਿਨ ਤੋਂ ਬਾਹਰ ਬੈਠੇ ਚਾਹ ਪੀ ਰਹੇ ਹੋਰ ਆਦਮੀ ਕਦੇ ਇਹਨਾਂ ਸਭ ਦੀ ਜ਼ੋਰ ਦੀ ਹੱਸੀ ਸੁਣ ਕੇ ਆਪਣੇ ਕੰਨ ਕੈਬਿਨ ਵੱਲ ਕਰ ਲੈਂਦੇ, ਪਰ ਉਹਨਾਂ ਦੀ ਸਮਝ 'ਚ ਕੱਖ ਨਹੀਂ ਸੀ ਆ ਰਿਹਾ।
ਉਹ ਕਦੇ ਕਹਿ ਕਹਾ ਨਾਲ ਹੱਸਦੀਆਂ, ਕਦੇ ਗੰਭੀਰ ਹੋ ਜਾਂਦੀਆਂ। ਉਹਨਾਂ ਦੇ ਖਿਆਲ 'ਚ ਔਰਤ ਬੇਤੁਕੀ ਚੀਜ਼ ਹੀ ਹੈ। ਬਾਹਰ ਬੈਠਿਆਂ ਵਿੱਚੋਂ ਇੱਕ ਨੇ कैंटीन मैनेजर ਨੂੰ ਉੱਚੀ आवाज़ ਵਿੱਚ लगाई, बाऊ रामपाल, चाय नहीं दोगे आज हमें? हमारे पास औरतों की तरह गप्पे हाँकने के लिए वक्त नहीं है। मिसेस रीटा गुस्से च बोली, इस बुढ़े को क्या मुसीबत हो गई भाई? अरे यह बहुत खराट आदमी है। लंच आवर में भी साडियाँ गल्लां बड़े ध्यान से कान लगाकर सुनता है। देखने को बड़ा भगवान का भक्त बनया फिरता है। मिस नैना ने बुढ़े ਵੱਲੋਂ गिला प्रगट किया क्योंकि वो उसे दे कमरे 'ਚ ਹੀ ਬੈਠਦੀ ਸੀ। अपनी बीवी नाल ਇਹਦੀ बिल्कुल नहीं बनती। रोज़ मार कुटाई करता रहता है। बहुत बेवकूफ़ आदमी है। नैना ਨੂੰ बुढ़े ਤੇ बहुत ही गुस्सा आ रहा ਸੀ। उस बेचारी ਦੀ भी ऐसी समस्या होऊ कोई? बाल बच्चा तो इसको हुआ ही नहीं। मिसेस एडवानी ने भी बुढ़े बारे रोशनी पाई। देखने में कितना शरीफ लगता है। मिसेस रीटा भी बोली, ये मर्द सब बगले भगत होंदे है, अंदरों होर बाहरों होर। इन्हां ने औरतां दा जो जिउणा हराम कर रखिया है वो तो असीं सब जाणदियां ही हाँ। बेला जो काफ़ी चिर तो चुप बैठी सी, बुढ़े दी गल तो दुखी होके बोल ही पई सी, अरे देखने में हमारे रमेश को देखो, लोग इनकी तारीफ़ों के पुल बांधते थकते नहीं, पर ज़रा मेरे से पूछो कोई उनकी करतूतें। रीटा जॉर्ज जोश च आके बोलने लगती, अरे भाई जॉर्ज, रमेश के बारे में तो वाकई ऐसा कुछ कोई नहीं सोच सकता। मिसेस एडवानी ने जॉर्ज कोलों सारी गल की इंक्वायरी करनी चाहिए। अरे रमेश जैसा आदमी किसी और को मिल जाता तो कब से भाग गई होती छोड़कर। मैं ही हूँ जो निभा रही हूँ। ऐसी गंदी आदतें हैं उसकी तो कि बता ही नहीं सकती। आधी आधी रात को घर छोड़कर चला जाता है। कभी मेरा गला घूंटने लगता है, कभी अपना। कई बार जी करता है उसकी सारी गंदी हरकतें लिखकर मैं आत्महत्या कर लूँ, पर अब तो मैंने फैसला कर लिया है। क्या? यही कि अब तो तलाक लेके ही रहूँगी। कल को वो कुछ कर बैठे, इससे तो अच्छा तलाक ही ले लो। तो आपकी यही समस्या है? मिस नैना ने मुस्कुरांदियां होया पूछा। अरे तेरे को तो मजाक सूझ रहा है मैडम, तेरी अभी शादी नहीं ना हुई इसीलिए। सच कह रही हूँ मैं तो, अब तलाक लेने के लिए टलने वाली नहीं हूँ। जीसस क्राइस्ट की कसम उठाई है मैंने तो। पर जॉर्ज, रीज़न क्या लिखा है तूने? मिसेस बेला ने रीटा जॉर्ज को प्यार नाल पूछा। कल वकील को सारी समस्या मैंने बातों बातों में अच्छी तरह समझा दी थी। फिर क्या? बेतुका सा आदमी है। उसने पूछा कि तुम असल में यही रीज़न देना चाहती हो? मैंने कहा हाँ। उन्हें फिर क्या, कोई ठोस रीज़न होना चाहिए जिसके बेस पर तलाक मिल सके। बताओ ये रीज़न क्या तलाक के लिए ठोस नहीं भला? दरअसल वो खुद मर्द होने के नाते इस रीज़न को ठीक नहीं समझता। कहता था कुछ और आगे बताओ। आदमी की बेशर्मी को भला कोई क्या बताए? आप किसी लेडी वकील के पास जाओ तो ही बात बनेगी। मिसेस एडवानी ने मुस्कुराने रीटा ਨੂੰ सलाह ਦਿੱਤੀ। मिसेस मेहता ने अपनी कुर्सी तो उठदियां कहा, अच्छा चलो उठो, हुण हो गया तलाक। ये समस्या बहुत गंभीर है, ਇਹਦਾ हल तलाक नहीं। ਛੱਡੋ ਪਰਾਂ ਇਹਨਾਂ ਬੇਤੁਕੀਆਂ ਨੂੰ। ਸ਼ਾਮ ਨੂੰ ਫਿਰ ਵੀ ਤਾਂ ਅਸੀਂ ਚਾਹ ਪੀਣ ਆਉਣਾ ਹੈ। ਧੰਨਵਾਦ।